ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਅਮਰ ਜਵਾਨ ਜੋਤੀ ਹੁਣ ਇੰਡੀਆ ਗੇਟ ਤੇ ਨਹੀਂ, ਵਾਰ ਆਫ ਮੈਮੋਰੀਅਲ ਵਿੱਚ ਲੱਗੇਗੀ। ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਆ, ਕਹਿੰਦੇ ਸ਼ਹੀਦਾਂ ਨਾਲ ਮਜ਼ਾਕ ਕੀਤਾ ਜਾ ਰਿਹਾ। ਇਹਦਾ ਇਤਿਹਾਸ ਕੀ ਹੈ ਤੇ ਇਹਨੂੰ ਬਦਲਣ ਦੀ ਜ਼ਰੂਰਤ ਕਿਉਂ ਪਈ? ਨਵਜੀਤ ਜੀ, ਇਹ ਦੋ ਵੱਖ-ਵੱਖ ਚੀਜ਼ਾਂ ਨੇ। ਇੱਕ ਅਮਰ ਜਵਾਨ ਜੋਤੀ ਹੈ, ਜਿੱਥੇ ਜਿਹੜੀ ਲਾਟ ਹੈ ਉਹ ਸ਼ਹੀਦੀ ਲਾਟ ਲਗਾਤਾਰ ਬਲਦੀ ਰਹਿੰਦੀ ਹੈ ਜੀ। ਉਹਦਾ 4 ਕੋਨਾ ਥੜਾ, ਉਹਦੇ ਉੱਤੇ ਇੱਕ ਸੈਲਫ ਲੋਡਿੰਗ ਰਾਈਫਲ ਆਪਣੀ ਨਾਲੀ ਦੇ ਬੇਸ ਦੇ ਉੱਤੇ ਖੜੀ ਕੀਤੀ ਹੈ ਤੇ ਉੱਪਰ ਜਵਾਨ ਦਾ ਹੈਲਮਟ ਹੈ। 4 ਪਾਸੇ 4 ਬਰਤਨ ਨੇ ਜਿਨ੍ਹਾਂ ਦੇ ਵਿੱਚ ਵਾਰੀ-ਵਾਰੀ ਜੋਤ ਜਗਦੀ ਹੈ ਜੀ। ਅੱਜ ਤੱਕ ਜਗਦੀ ਸੀ, ਹੁਣ ਅੱਗੇ ਇੱਥੇ ਨਹੀਂ ਹੋਵੇਗੀ। ਇਹ ਹੁਣ ਇੱਥੋਂ ਪੁੱਟ ਕੇ ਲਿਜਾਈ ਜਾ ਰਹੀ ਹੈ ਨੈਸ਼ਨਲ ਵਾਰ ਮੈਮੋਰੀਅਲ ਦੇ ਵਿੱਚ। ਚੌਕ ਦੇ ਦੂਜੇ ਪਾਸੇ ਵਾਰ ਮੈਮੋਰੀਅਲ ਹੈ। ਹੁਣ ਇਹਨਾਂ ਦੋਵਾਂ ਦਾ ਫਰਕ ਇਹ ਹੈ ਕਿ ਅਮਰ ਜਵਾਨ ਜੋਤੀ ਦਾ ਇਤਿਹਾਸ ਬਾਅਦ 'ਚ ਸ਼ੁਰੂ ਹੁੰਦਾ ਤੇ ਨੈਸ਼ਨਲ ਵਾਰ ਮੈਮੋਰੀਅਲ ਦਾ ਪਹਿਲਾਂ। ਅਮਰ ਜਵਾਨ ਜੋਤੀ ਪਹਿਲਾਂ ਚਾਲੂ ਹੋ ਗਈ ਤੇ ਨੈਸ਼ਨਲ ਵਾਰ ਮੈਮੋਰੀਅਲ ਬਾਅਦ 'ਚ ਚਾਲੂ ਹੈ ਜੀ। 1960 ਦੇ ਵਿੱਚ ਭਾਰਤ ਦੀ ਫੌਜ ਦੇ ਤਿੰਨਾਂ ਅੰਗਾਂ ਨੇ, ਆਰਮੀ, ਏਅਰ ਫੋਰਸ ਤੇ ਨੇਵੀ ਦੇ ਅਫਸਰਾਂ ਨੇ ਪ੍ਰਪੋਜ਼ਲ ਰੱਖੀ ਕਿ ਇੰਨੇ ਜਵਾਨ, ਇੰਨੇ ਸਾਡੇ ਦੇਸ਼ ਦੇ ਹੋਣਹਾਰ ਲੋਕ ਫੌਜਾਂ ਵੱਲੋਂ ਕੁਰਬਾਨੀ ਕਰ ਰਹੇ ਨੇ, ਕਰਨਗੇ। ਉਹਨਾਂ ਵਾਸਤੇ ਕੋਈ ਇਹੋ ਜਿਹਾ ਮੈਮੋਰੀਅਲ ਹੋਣਾ ਚਾਹੀਦਾ ਜਿਹੜਾ ਸਾਰੇ ਦੇਸ਼ ਨੂੰ ਖਿੱਚ ਪਾਵੇ, ਯਾਦ ਰੱਖਣ ਦਾ ਯਤਨ ਕਰੇ। 1962 ਦੀ ਚੀਨ ਨਾਲ ਜੰਗ ਜਿਹੜੀ ਸੀ, ਉਹਦੇ ਤੋਂ ਬਾਅਦ ਇਹ ਗੱਲ ਹੋਰ ਜ਼ੋਰ ਫੜ ਗਈ। ਪਰ ਉਹਦੇ ਤੋਂ ਬਾਅਦ ਇਹਨੂੰ ਫੇਰ ਠੰਡੇ ਬਸਤੇ 'ਚ ਪਾ ਦਿੱਤਾ ਗਿਆ, ਕਿਸੇ ਨੇ ਚਿੰਤਾ ਨਹੀਂ ਕੀਤੀ। 1971 ਦੀ ਜੰਗ ਵਿੱਚ ਅਸੀਂ ਪਾਕਿਸਤਾਨ ਨੂੰ ਹਰਾਇਆ ਤੇ ਬੰਗਲਾਦੇਸ਼ ਬਣਾਤਾ। ਪੂਰਬੀ ਪਾਕਿਸਤਾਨ ਨੂੰ ਤੋੜ ਕੇ ਇੱਕ ਨਵਾਂ ਦੇਸ਼ ਬਣਾਤਾ ਜੀ। ਉਹਦੇ ਕੋਲੋਂ 98,000 ਫੌਜੀਆਂ ਨੂੰ ਅਸੀਂ ਕੈਦੀ ਬਣਾਇਆ, ਜਿਨ੍ਹਾਂ 'ਚੋਂ 92,000 ਇੱਕੋ ਦਿਨ ਹਥਿਆਰ ਸੁੱਟਵਾਏ ਗਏ। ਐਡੀ ਵੱਡੀ ਲੜਾਈ ਜਿੱਤੀ, ਪਰ ਇਹ 'ਚੋਂ ਸਾਡੇ ਫੌਜੀ ਵੀ ਤਾਂ ਬਹੁਤ ਮਾਰੇ, ਨੁਕਸਾਨ ਬਹੁਤ ਹੋਇਆ ਸੀ, ਬਹੁਤ ਸ਼ਹੀਦੀਆਂ ਪਾਈਆਂ ਸੀ। ਉਸ ਮੌਕੇ 'ਤੇ ਫਿਰ ਇੰਦਰਾ ਗਾਂਧੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਜਿਹੜੇ ਅਮਰ ਜਵਾਨ ਸੀ, ਇਹਨਾਂ ਵਾਸਤੇ ਅਮਰ ਜਵਾਨ ਜੋਤੀ ਸ਼ੁਰੂ ਕੀਤੀ ਜਾਵੇ। ਅਤੇ ਉਹ ਦਸੰਬਰ 1971 ਦੇ ਵਿੱਚ ਸ਼ੁਰੂ ਹੋ ਗਈ ਅਤੇ 72 ਦੀ 26 ਜਨਵਰੀ ਤੋਂ ਇਹ ਰਵਾਇਤ ਬਣ ਗਈ ਕਿ ਰਾਜਪਥ 'ਤੇ ਪਰੇਡ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ ਅਤੇ ਤਿੰਨਾਂ ਫੌਜਾਂ ਦੇ ਜਰਨੈਲ ਵੀ ਉੱਥੇ ਸਲਾਮੀ ਦੇਣ ਜਾਇਆ ਕਰਨਗੇ। ਉਹ ਚੱਲਦੀ ਪਈ ਸੀ। ਵਾਰ ਮੈਮੋਰੀਅਲ ਦੀ ਗੱਲ 1960 ਤੋਂ ਚੱਲੀ ਸੀ, ਉਹ ਅਜੇ ਵੀ ਨਹੀਂ ਸੀ ਬਣਿਆ। ਇਹਦੇ ਤੋਂ ਬਾਅਦ ਅਗਲੇ ਸਾਲ ਫਿਰ ਫੈਸਲਾ ਕੀਤਾ ਗਿਆ, ਫਿਰ ਟਾਲ ਦਿੱਤਾ ਗਿਆ। ਫਿਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 2012 'ਚ ਫੈਸਲਾ ਹੋਇਆ ਕਿ ਮੰਤਰੀਆਂ ਦਾ ਇੱਕ ਗਰੁੱਪ ਬਣਾਓ ਅਤੇ ਜਿਹੜਾ ਵਾਰ ਮੈਮੋਰੀਅਲ ਪਿਛਲੇ 50 ਸਾਲਾਂ ਤੋਂ ਅਸੀਂ ਬਣਾ ਨਹੀਂ ਸਕੇ, ਉਹ ਹੁਣ ਬਣਾਇਆ ਜਾਵੇ। ਬਣਾਇਆ ਫਿਰ ਨਹੀਂ। 2014 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਵਾਸਤੇ ਜ਼ੋਰ ਲਾ ਰਿਹਾ ਸੀ, ਇਹਨੇ ਇਸ ਮੁੱਦੇ ਨੂੰ ਚੁੱਕਿਆ। 2 ਮੁੱਦੇ ਇਕੱਠੇ ਚੁੱਕ ਲਏ। ਇੱਕ ਤਾਂ ਚੀਨ ਦੀ ਜੰਗ ਦੇ ਵਿੱਚ ਜੋ ਕੁਛ ਭਾਰਤ ਦੀ ਹਾਰ ਹੋਈ, ਉਹਦਾ ਸਾਰਾ ਜਿਹੜਾ ਕਾਲਾ ਕਿੱਸਾ ਹੈ, ਜੋ ਉਹਦੀ ਰਿਪੋਰਟ ਹੈ, ਮੈਂ ਲੋਕਾਂ ਸਾਹਮਣੇ ਲਿਆਉਂ। ਅਤੇ ਦੂਜਾ ਇਹ ਕਿ ਵਾਰ ਮੈਮੋਰੀਅਲ ਕਾਂਗਰਸੀ ਸਰਕਾਰਾਂ ਸ਼ਰਮ ਕਰਦੀਆਂ ਬਣਾਉਣ ਤੋਂ ਮੈਂ ਆ ਕੇ ਬਣਾਊਂਗਾ। ਉਹ ਆ ਗਿਆ, ਫਿਰ ਉਹਦੇ ਮਾਡਲ ਫਾਈਨਲ ਹੋਣ ਲੱਗ ਪਏ। ਜਿਹੜੀ ਗੱਲ ਕਾਂਗਰਸੀ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਸਿਰੇ ਨਹੀਂ ਸੀ ਲਾਈ, ਇਹਨੇ 2017 'ਚ ਬਣਾਉਣੀ ਸ਼ੁਰੂ ਕਰਤੀ, 2019 'ਚ ਉਦਘਾਟਨ ਕਰਤਾ ਜੀ। ਹੁਣ ਇਹ ਅਮਰ ਜਵਾਨ ਜੋਤੀ ਹੋਰ ਚੀਜ਼ ਆ, ਉਹ ਹੋਰ ਚੀਜ਼ ਆ। ਇਹਨੂੰ ਉਹ ਕਹਿੰਦੇ ਆ ਕਿ ਇੱਥੋਂ ਲਾਟ ਚੁੱਕ ਕੇ ਉੱਥੇ ਲੈ ਜਾਣੀ ਤੇ ਅੱਜ ਲੈ ਗਏ। ਇਹ ਥਾਂ ਖਾਲੀ ਕਰਾਈ ਜਾ ਰਹੀ ਹੈ ਤਾਂ ਕਿ ਸੁਭਾਸ਼ ਚੰਦਰ ਬੋਸ ਜੀ ਜਿਹੜੇ ਸਨ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਬੁੱਤ ਲੱਗਣਾ, ਔਰ ਨਰਿੰਦਰ ਮੋਦੀ ਸਰਕਾਰ ਲਾਉਣਾ ਚਾਹੁੰਦੀ ਹੈ, ਪਹਿਲਾਂ ਕਿਸੇ ਨੇ ਲਾਇਆ ਨਹੀਂ। ਉਹ ਕਦੇ ਉੱਥੇ ਲਾਤਾ ਜਾਵੇ ਜਿੱਥੇ ਅਮਰ ਜਵਾਨ ਜੋਤੀ ਹੈ, ਇੰਡੀਆ ਗੇਟ ਜਿਹੜਾ ਉੱਥੇ ਜੀ। ਜੇ ਇਹਨਾਂ ਕੁਛ ਕਰਨਾ, ਇੰਡੀਆ ਗੇਟ ਦਾ ਨਾਮ ਹੀ ਬਦਲ ਹੀ ਦਿਓ, ਕੀ ਕਰਨਾ ਜੀ। ਇਹ ਪਤਾ ਨਹੀਂ ਕੀ ਕੁਛ ਕਰਨਾ ਚਾਹੁੰਦੇ ਕੀ ਨਹੀਂ, ਪਰ ਉਹ ਉਧਰਲੇ ਪਾਸੇ ਸ਼ਿਫਟ ਕੀਤੀ ਜਾ ਰਹੀ ਹੈ। ਕੁਛ ਲੋਕ ਇਤਰਾਜ਼ ਕਰਦੇ ਆ। ਮੈਂ ਕਹਿੰਦਾ ਸਰਕਾਰ ਕੋਲ ਹੱਕ ਹੁੰਦਾ, ਜੋ ਉਹਨੇ ਕਰਨਾ ਸੋ ਕਰ ਹੀ ਦੇਣਾ। ਤੁਹਾਡੇ ਇਤਰਾਜ਼ ਨੂੰ ਕਿਸੇ ਨੇ ਪੁੱਛਣਾ ਨਹੀਂ। ਅਮਰ ਜਵਾਨ ਦੀ ਯਾਦਗਾਰ ਇੱਥੇ ਵੀ, ਅਮਰ ਜਵਾਨ ਦੀ ਯਾਦਗਾਰ ਇੱਥੇ ਵੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅਮਰ ਜਵਾਨ ਦੀ ਯਾਦਗਾਰ ਲੋਕਾਂ ਦੇ ਦਿਲਾਂ 'ਚ ਹੁੰਦੀ ਆ। ਤੁਸੀਂ ਕਿਤੇ ਵੀ ਕਰ ਦਿਓ,
ਲੋਕੀ ਇਸ ਕੰਟਰੋਵਰਸੀ 'ਚ ਨਹੀਂ ਪੈਂਦੇ, ਰਾਜਨੀਤੀ ਤੁਹਾਡੀ ਪਾਸੇ ਰਹਿਣ ਦਿਓ, ਤੁਹਾਂ ਕੱਲ੍ਹ ਨੂੰ ਆ ਕੇ ਪਤਾ ਨਹੀਂ ਕੀ ਕਰਨਾ, ਮੋਦੀ ਸਾਹਿਬ ਕੀ ਕਰਦੇ ਆ, ਲੋਕੀ ਇਹਦੇ 'ਚ ਨਹੀਂ ਪੈਣਾ ਚਾਹੁੰਦੇ। ਪਰ ਸਾਹਿਬ, ਭਾਰਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਮ ਆਉਂਦਾ ਹੈ ਤੇ ਉਹਨਾਂ ਦੀ ਮੂਰਤੀ ਹੁਣ ਇੰਡੀਆ ਗੇਟ ਤੇ ਲੱਗ ਜਾਣੀ ਹੈ, ਫਿਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੀ ਨਰਿੰਦਰ ਮੋਦੀ ਸਾਹਿਬ ਪਹਿਲਾਂ ਤੋਂ ਕਹਿੰਦੇ ਆ ਕਿ ਮੈਂ ਕਾਂਗਰਸ ਮੁਕਤ ਭਾਰਤ ਬਣਾਉਣਾ। ਜੀ। ਕਾਂਗਰਸ ਪਾਰਟੀ ਨੂੰ ਤੇ ਇੱਕ ਇੱਕ ਕਰਕੇ ਵੱਖ-ਵੱਖ ਸਟੇਟਸ ਵਿੱਚੋਂ ਮਾਂਜ ਦਿੱਤਾ। ਹੁਣ ਜਿਹੜੀਆਂ ਕਾਂਗਰਸ ਵੇਲੇ ਦੀਆਂ ਯਾਦਗਾਰਾਂ ਉਹ ਵੀ ਹੌਲੀ-ਹੌਲੀ ਹਿਲਾਉਣੀਆਂ ਸ਼ੁਰੂ ਕਰਦੇ ਆ, ਜਿਸ ਤਰ੍ਹਾਂ ਅਮਰ ਜਵਾਨ ਜੋਤੀ ਇੱਥੋਂ ਚੁੱਕ ਕੇ ਤੇ ਵਾਰ ਮੈਮੋਰੀਅਲ 'ਚ ਲੈ ਜਾਣਾ। ਸੁਭਾਸ਼ ਚੰਦਰ ਬੋਸ ਹੈ, ਇਹ ਪਹਿਲਾਂ ਕਾਂਗਰਸ ਹੀ ਸੀ। 1939 'ਚ ਇਹਨੇ ਕਾਂਗਰਸ ਦੇ ਪ੍ਰਧਾਨ ਦੀ ਚੋਣ ਲੜੀ, ਇਹ ਜਿੱਤ ਗਿਆ। ਮਹਾਤਮਾ ਗਾਂਧੀ ਨੇ ਖੜਾ ਕੀਤਾ ਸੀ ਪੱਟਾ ਵੀ ਸੀਤਾਰਮਈਆ, ਉਹ ਹਾਰ ਗਿਆ ਜੀ। ਪਰ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿੱਤ ਗਿਆ ਤੇ ਇਹ ਗਰਮਦਲੀ ਸੀ। ਮਹਾਤਮਾ ਗਾਂਧੀ ਨੇ ਕਹਿ ਦਿੱਤਾ ਜੀ ਮੈਂ ਇਹਦੇ ਨਾਲ ਨਹੀਂ ਚੱਲ ਸਕਦਾ, ਮੈਂ ਤਾਂ ਫਿਰ ਆਪਣੀ ਕੁਟੀਆ 'ਚ ਬੈਠੂ। ਇਸ ਗੱਲ ਤੋਂ ਨਿਰਾਸ਼ ਹੋ ਕੇ ਸੁਭਾਸ਼ ਚੰਦਰ ਬੋਸ ਚਲਾ ਗਿਆ। ਉਹ ਕਹਿੰਦਾ ਨਹੀਂ, ਤੁਸੀਂ ਮਹਾਤਮਾ ਗਾਂਧੀ ਨੂੰ ਨਾਰਾਜ਼ ਨਾ ਕਰੋ, ਇਹਦਾ ਲਹਿਰ 'ਚ ਇੱਕ ਆਪਣਾ ਹਿੱਸਾ, ਇਹਨੂੰ ਆਪਣੇ ਢੰਗ ਨਾਲ ਕਰਨ ਦਿਓ, ਮੈਂ ਆਪਣੇ ਢੰਗ ਨਾਲ ਕਰੂੰ। ਉਹਨੇ ਦੁਨੀਆ ਦੀਆਂ ਅੱਡ-ਅੱਡ ਸਰਕਾਰਾਂ ਤੱਕ ਪਹੁੰਚ ਕੀਤੀ, ਅੱਡ-ਅੱਡ ਰਾਜਿਆਂ ਤੱਕ ਪਹੁੰਚ ਕੀਤੀ, ਪ੍ਰਧਾਨ ਮੰਤਰੀਆਂ ਤੱਕ ਕੀਤੀ ਕਿ ਸਾਡੀ ਮਦਦ ਕਰੋ, ਅਸੀਂ ਆਪਣਾ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ। ਅਖੀਰ ਆਜ਼ਾਦ ਹਿੰਦ ਫੌਜ ਬਣਾਈ, ਆਜ਼ਾਦ ਹਿੰਦ ਫੌਜ ਬਣਾ ਕੇ ਦੇਸ਼ ਦੀ ਆਜ਼ਾਦੀ ਵਾਸਤੇ ਲੜਿਆ ਜੀ। ਪਰ ਉਹਨੇ ਫਿਰ ਵੀ ਮਹਾਤਮਾ ਗਾਂਧੀ ਦਾ ਵਿਰੋਧ ਨਹੀਂ ਕੀਤਾ। ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਸੁਭਾਸ਼ ਚੰਦਰ ਬੋਸ ਨੇ ਜਿਹੜੀ ਪਹਿਲੀ ਰੇਡੀਓ ਤਕਰੀਰ ਭਾਰਤ ਦੇ ਲੋਕਾਂ ਦੇ ਨਾਂ ਕੀਤੀ, ਉਹਦੇ ਵਿੱਚ ਇਹ ਆਖਿਆ ਕਿ ਮਹਾਤਮਾ ਗਾਂਧੀ ਇਜ਼ ਦਾ ਫਾਦਰ ਆਫ ਨੇਸ਼ਨ। ਇਹ ਸਾਡੀ ਕੌਮ ਦੇ ਪਿਤਾ ਨੇ, ਰਾਸ਼ਟਰ ਪਿਤਾ ਨੇ, ਇਹ ਲਫ਼ਜ਼ ਪਹਿਲੀ ਵਾਰ ਉਹਨੇ ਵਰਤਿਆ। ਮਹਾਤਮਾ ਗਾਂਧੀ ਨੂੰ ਬਾਪੂ ਪਹਿਲੀ ਵਾਰੀ ਕਿਸੇ ਕਾਂਗਰਸੀ ਨੇ ਨਹੀਂ ਸੀ ਆਖਿਆ, ਕਮਿਊਨਿਸਟ ਪਾਰਟੀ ਦੇ ਲੀਡਰ ਪੀਸੀ ਜੋਸ਼ੀ ਨੇ ਆਖਿਆ ਸੀ, ਇੱਕ ਚਿੱਠੀ ਲਿਖੀ ਸੀ ਬਾਪੂ ਕਹਿ ਕੇ ਜੀ। ਰਾਸ਼ਟਰ ਪਿਤਾ ਉਸ ਕਾਂਗਰਸੀ ਨੇ ਆਖਿਆ ਜਿਹੜਾ ਕਾਂਗਰਸ ਪਾਰਟੀ ਛੱਡ ਕੇ ਆਜ਼ਾਦ ਹਿੰਦ ਫੌਜ ਬਣਾ ਚੁੱਕਾ ਸੀ, ਨੇਤਾ ਜੀ ਸੁਭਾਸ਼ ਚੰਦਰ ਬੋਸ। ਹੁਣ ਕਿਉਂਕਿ ਬਾਅਦ ਦੀਆਂ ਸਰਕਾਰਾਂ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ, ਇਹਨਾਂ ਸਾਰਿਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਪਿੱਛੇ ਪਾ ਛੱਡਿਆ। ਇਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਆਖਿਆ ਸੀ ਉਹਨੂੰ ਅੱਗੇ ਲਿਆਵਾਂਗੇ, ਤੇ ਲੈ ਆਓ, ਕੌਣ ਰੋਕਦਾ। ਲੋਕਾਂ ਦੇ ਮਨ ਵਿੱਚ ਸੁਭਾਸ਼ ਚੰਦਰ ਬੋਸ ਦੀ ਵੀ ਇੱਜ਼ਤ ਹੈ। ਲੋਕੀ ਇਹੋ ਜਿਹੇ ਗਰਮਦਲੀ ਜਿਹੜੇ ਦੇਸ਼ ਵਾਸਤੇ ਲੜੇ ਆ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਇਹਨਾਂ ਸਾਰਿਆਂ ਦੀ ਇੱਜ਼ਤ ਕਰਦੇ, ਬਹੁਤ ਸਤਿਕਾਰ ਕਰਦੇ। ਉਹਨਾਂ 'ਚੋਂ ਕਿ ਲਿਆਓ ਤੁਸੀਂ, ਕੋਈ ਅਰਜ਼ ਨਹੀਂ, ਪਰ ਉਹਦਾ ਬੁੱਤ ਲਾ ਦੇਣਾ ਤੇ ਕਾਫੀ ਨਹੀਂ। 2014 ਦੀਆਂ ਚੋਣਾਂ 'ਚ ਨਰਿੰਦਰ ਮੋਦੀ ਨੇ 2 ਵਾਅਦੇ ਕੀਤੇ ਸੀ। ਇੱਕ 1962 ਦੀ ਚੀਨ ਜੰਗ ਦਾ ਸੱਚ ਸਾਹਮਣੇ ਲਿਆਉਂਗਾ, ਉਹ ਅੱਜ ਤੱਕ ਇਹਨੇ ਨਹੀਂ ਲਿਆਂਦਾ, ਫਾਈਲਾਂ ਨਹੀਂ ਖੋਲੀਆਂ ਜੀ, ਕਿਉਂਕਿ ਫੌਜ ਕਦੀ ਬਿਲਕੁਲ ਨਹੀਂ ਖੋਲ੍ਹਣੀਆਂ, ਕਿਉਂਕਿ ਉਹ 'ਚ ਫੌਜ ਦੇ ਗੁਪਤ ਭੇਦ ਨੇ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੰਗ ਨਹੀਂ ਲੜਨ ਗਿਆ, ਲੜਨ ਤੇ ਫੌਜ ਗਈ ਸੀ ਨਾ ਜੀ। ਦੂਸਰਾ ਇਹਨੇ ਆਖਿਆ ਸੀ ਕਿ ਸੁਭਾਸ਼ ਚੰਦਰ ਬੋਸ ਦਾ ਕੀ ਬਣਿਆ, ਉਹ ਜਿਉਂਦਾ ਕਿ ਨਹੀਂ ਜਿਉਂਦਾ, ਜੇ ਉਹਦੀ ਮੌਤ ਹੋਈ ਤੇ ਕਿੱਥੇ ਹੋਈ, ਕਿੱਦਾਂ ਹੋਈ, ਮੈਂ ਉਹਦਾ ਸੱਚ ਸਾਹਮਣੇ ਲਿਆਉਂ, ਅਸੀਂ ਉਹਨੂੰ ਭਾਰਤ ਰਤਨ ਦਿਆਂਗੇ। ਜਦੋਂ ਇਹ ਸਾਹਮਣੇ ਆਇਆ, ਆਉਂਦਿਆਂ ਸਾਰੇ ਨੇ ਉਹਦੇ ਪਰਿਵਾਰ ਨਾਲ ਮੀਟਿੰਗਾਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਪਰਿਵਾਰ ਦੇ ਵਿੱਚੋਂ ਪਤਾ ਲੱਗਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਇੱਕ ਧੀ ਹੈ, ਯੂਰਪ ਦੇ ਇੱਕ ਦੇਸ਼ 'ਚ ਰਹਿੰਦੀ, ਉਹਨੂੰ ਜਾ ਕੇ ਮਿਲ ਲਿਆ। ਮਿਲਣ ਤੋਂ ਬਾਅਦ ਨਿਕਲਿਆ ਕੀ, ਕੁਛ ਵੀ ਨਹੀਂ। ਕਹਿੰਦੇ ਸਾਰੀਆਂ ਫਾਈਲਾਂ ਖੋਲ੍ਹ ਦੇਣੀਆਂ। ਨਰਿੰਦਰ ਮੋਦੀ ਕਿੱਥੋਂ ਖੋਲ੍ਹ ਦੂ? ਉਹਦੀਆਂ ਕੁਝ ਫਾਈਲਾਂ ਭਾਰਤ ਸਰਕਾਰ ਦੇ ਕੋਲ ਨੇ, ਹੋਮ ਮਿਨਿਸਟਰੀ 'ਚ, ਡਿਫੈਂਸ ਮਿਨਿਸਟਰੀ 'ਚ, ਵਿਦੇਸ਼ ਮਹਿਕਮੇ 'ਚ। ਕੁਝ ਫਾਈਲਾਂ ਕਲਕੱਤੇ ਵਿੱਚ ਨੇ, ਕਿਉਂਕਿ ਉਹ ਪੱਛਮੀ ਬੰਗਾਲ ਦਾ ਸੀ, ਉੱਥੋਂ ਦੀ ਹੋਮ ਮਿਨਿਸਟਰੀ ਕੋਲ ਪਈਆਂ ਨੇ। ਕੁਝ ਫਾਈਲਾਂ ਉਹਦੀਆਂ ਲੰਡਨ ਦੇ ਵਿੱਚ ਨੇ, ਕਿਉਂਕਿ ਉੱਥੇ ਜਿਹੜੇ ਉਦੋਂ ਇੰਡੀਆ 'ਤੇ ਰਾਜ ਕਰਦੇ ਸੀ ਉਹਨਾਂ ਕੋਲ ਫਾਈਲਾਂ ਸਨ। ਉੱਥੇ ਵੀ 2 ਮਹਿਕਮੇ ਨੇ, ਇੱਕ ਉੱਥੋਂ ਦਾ ਉਹਨਾਂ ਦਾ ਹੋਮ ਆਫਿਸ ਜਿਹਨੂੰ ਗ੍ਰਹਿ ਮੰਤਰਾਲਾ ਕਹਿੰਦੇ ਆ, ਇੱਕ ਉਹਨਾਂ ਦਾ ਇੰਡੀਆ ਆਫਿਸ ਜਿਹਦੇ ਵਿੱਚ ਸਿਰਫ ਇੰਡੀਆ ਦੇ ਉੱਤੇ ਰਾਜ ਕਰਨ ਦਾ ਰਿਕਾਰਡ ਸੀਗਾ ਜੀ। ਉੱਥੋਂ ਕਿੱਥੋਂ ਲੈ ਲੈਣਗੇ? ਮੌਤ ਉਹਦੀ ਹੋਈ ਜਾ ਕੇ ਹਾਂਗਕਾਂਗ ਦੇ ਨੇੜੇ, ਇੱਥੇ ਕਿੱਥੇ ਆ? ਇੱਥੋਂ ਕੁਝ ਨਹੀਂ ਲੱਭਦਾ ਪਿਆ। ਰਿਹਾ ਉਹ ਲੰਮਾ ਸਮਾਂ ਅੱਡ-ਅੱਡ ਦੇਸ਼ਾਂ 'ਚ ਘੁੰਮਦਾ, ਖਾਸ ਤੌਰ 'ਤੇ ਜਾਪਾਨ ਵਿੱਚ। ਕਹਿੰਦੇ ਇੱਕ ਜਹਾਜ਼ ਉੱਡਿਆ ਤੇ ਡਿੱਗ ਪਿਆ ਤੇ ਸੁਭਾਸ਼ ਦੀ ਡੈਥ ਹੋ ਗਈ। ਕੁਝ ਕਹਿੰਦੇ ਉੱਥੇ ਨਹੀਂ ਸੀ ਹੋਈ, ਹਸਪਤਾਲ ਜਾ ਕੇ ਹੋਈ। ਇੱਕ ਨਰਸ ਦਾ ਵੇਰਵਾ ਵੀ ਦਿੰਦੇ, ਉਹਨੇ ਅਖੀਰਲੇ ਵਕਤ ਉਹਦਾ ਇਲਾਜ ਕੀਤਾ ਸੀ। ਫਿਰ ਕਹਿੰਦੇ ਆ ਕਿ ਉਹਦੀ ਭਸਮ ਜਿਹੜੀ ਆ, ਉਹਦੇ ਅਸਥੀਆਂ ਜਿਹੜੀਆਂ ਉਹ ਜਾਪਾਨ 'ਚ ਲੈ ਗਏ। ਇਹ ਸਾਰਾ ਕੁਝ ਇਹਨਾਂ ਕਨਫਿਊਜ਼ਡ ਹੈ। ਇੱਥੇ 2-3 ਮੋਨੀ ਬਾਬਾ ਮਿਲੇ, ਲੋਕੀ ਕਹਿੰਦੇ ਸੀ ਮੋਨੀ ਬਾਬਾ ਅਸਲ 'ਚ ਸੁਭਾਸ਼ ਚੰਦਰ ਬੋਸ ਹੈ, ਡਰਦਾ ਬਾਹਰ ਨਹੀਂ ਆਉਂਦਾ, ਕਾਂਗਰਸੀ ਮਰਵਾ ਨਾ ਦੇਣ। ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਇੱਕ ਕਮਿਸ਼ਨ ਬਣਿਆ, ਕਮਿਸ਼ਨ ਨੇ ਪੜਤਾਲ ਕਰਕੇ ਆਖਿਆ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਇਹ 'ਚ ਕੋਈ ਸੱਚਾਈ ਨਹੀਂ ਗੀ। ਫਿਰ ਉਹਨੇ ਜਿਹੜਾ ਵਾਅਦਾ ਕੀਤਾ ਸੀ ਕਿ ਮੈਂ ਸੁਭਾਸ਼ ਚੰਦਰ ਬੋਸ ਦਾ ਸੱਚ ਸਾਹਮਣੇ ਲਿਆਉਂ, ਸੱਚ ਤੇ ਲਿਆਂਦਾ ਨਹੀਂ। ਇੱਕ ਬੁੱਤ ਲਾ ਦਿਓ, ਬੁੱਤ ਲਾਉਣ ਦੇ ਵਿੱਚ ਤਾਂ ਵੈਸੇ ਵੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਹਰ ਆ, ਪਹਿਲਾਂ ਸਰਦਾਰ ਪਟੇਲ ਦਾ ਪੁੱਤ ਗੁਜਰਾਤ ਵਿੱਚ ਲਾ ਕੇ ਆਏ ਆ। ਜੀ ਇਹ ਵੱਖਰੀ ਗੱਲ ਹੈ ਕਿ ਉਸੇ ਸਰਦਾਰ ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਨੂੰ ਖੜੇ ਕਰਨ ਵਾਲੇ RSS ਦੇ ਉੱਤੇ ਪਾਬੰਦੀ ਵੀ ਲਾਈ ਸੀ। ਉਹ ਇਹਨਾਂ ਦੇ ਉਹਦੇ ਖਿਲਾਫ ਵੀ ਸੀ, ਪਰ ਇਹਨੂੰ ਇੱਕੋ ਹੀ ਆ ਕਿ ਉਹ ਲੋਹ ਪੁਰਸ਼ ਸੀ, ਕਿਉਂਕਿ ਨਹਿਰੂ ਦੇ ਅੱਗੇ ਅੜ ਜਾਂਦਾ ਸੀ, ਇਸ ਕਰਕੇ ਇਹ ਉਹਨੂੰ ਚੁੱਕਣਾ ਚਾਹੁੰਦੇ ਆ, ਉਹਦਾ ਬੁੱਤ ਲਾ। ਹੁਣ ਸੁਭਾਸ਼ ਦਾ ਬੁੱਤ ਲਾ ਦੇਣ। ਸਾਡੇ ਸਾਰਿਆਂ ਦੇ ਮਨ ਵਿੱਚ ਸੁਭਾਸ਼ ਚੰਦਰ ਬੋਸ ਦੀ ਨੇਤਾ ਜੀ ਕਰਕੇ ਇੱਜ਼ਤ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਿਹੜੇ ਢੰਗ ਨਾਲੇ ਕਰਦੇ ਪਏ ਅਸਲ ਵਿੱਚ ਇਹ ਬੁੱਤ ਲਾਉਣ, ਇਹ ਜੋਤੀ ਖਿਸਕਾਉਣ, ਇੱਧਰ ਉੱਧਰ ਕਰਨ, ਉਹ ਸਾਰੇ ਦੇ ਪਿੱਛੇ ਇੱਕ ਰਾਜਨੀਤੀ ਕੰਮ ਕਰਦੀ ਹੈ। ਉਹ ਰਾਜਨੀਤੀ ਥੋੜ੍ਹੀ ਜਿਹੀ ਖਤਰਨਾਕ ਸਮਝੀ ਜਾਂਦੀ ਹੈ। ਬਾਕੀ ਜੋ ਮੌਕੇ ਦੀ ਸਰਕਾਰ ਦੇ ਹੱਥੇ ਜੋ ਕੁਝ ਹੋਵੇ, ਉਹ ਜੋ ਕੁਝ ਵੀ ਕਰਨਾ ਚਾਹਵੇ, ਦੂਸਰਾ ਨੂੰ ਕੋਈ ਰੋਕ ਨਹੀਂ ਸਕਦਾ। ਫਾਈਲਾਂ ਦੀ ਗੱਲ ਹੈ, ਆਪਾਂ ਨੂੰ ਸਭ ਕੋਈ ਖੋਲ੍ਹਦਾ ਨਹੀਂ, ਕੋਈ ਖੋਲ੍ਹਣ ਨਹੀਂ ਦਿੰਦਾ। ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਜ਼ਰੂਰ ਕਰਨੀ ਹੈ। ਪੰਜਾਬ ਵਿੱਚ ਬਹੁਤ ਸਾਰੇ ਮੁੱਦੇ ਆ ਜੋ ਚੋਣਾਂ ਤੋਂ ਬਾਅਦ ਵੀ ਦੱਬ ਜਾਂਦੇ ਆ, ਪਹਿਲਾਂ ਵੀ ਦੱਬ ਜਾਂਦੇ ਆ। ਬੇਅਦਬੀ ਦਾ ਮੁੱਦਾ ਹੋਵੇ, ਚਾਹੇ ਬਿਕਰਮ ਸਿੰਘ ਮਜੀਠੀਆ ਦਾ ਹੋਵੇ। ਹੁਣ ਪੰਨੂ ਸਾਹਿਬ, ਸਭ ਤੋਂ ਜ਼ਿਆਦਾ ਚਰਚਿਤ ਮੁੱਦਾ ਜਿਹੜਾ ਹੈ ਉਹ ਹੈਗਾ ED ਦੀ ਛਾਪੇਮਾਰੀ। ਕੁਛ ਦਿਨ ਤੋਂ ਸਿਆਸਤ ਭਖੀ ਪਈ ਹੈ, ਕੋਈ ਕਹਿੰਦਾ 200 ਕਰੋੜ ਦਾ ਦੱਬ ਗਿਆ, ਕੋਈ 300 ਕਰੋੜ ਕਹਿੰਦਾ। ਮਾਮਲਾ ਚੋਣ ਕਮਿਸ਼ਨ ਕੋਲ ਪੁੱਜਿਆ। ਹੁਣ ਕਿਵੇਂ ਦੇਖਦੇ ਆ? ਦੇਖੋ, ਜਿਹੜਾ ED ਹੈ, ਐਨਫੋਰਸਮੈਂਟ ਡਾਇਰੈਕਟੋਰੇਟ, ਇਹਨੂੰ ਤਾਂ ਕੇਂਦਰ ਸਰਕਾਰ ਦਾ ਰਾਜਨੀਤਿਕ ਡੰਡਾ ਹੀ ਮੰਨ ਲੈਣਾ ਚਾਹੀਦਾ ਜੀ। ਜਿਹੜੇ ਰਾਜ ਵਿੱਚ ਚੋਣਾਂ ਹੋਣੀਆਂ ਹੁੰਦੀਆਂ, ਉੱਥੇ ਜਾ ਕੇ ਇੱਕ ਡੰਡਾ ਖੜਕਾਉਣ ਲੱਗ ਪੈਂਦੇ ਆ। ED ਭੇਜ ਦਿੱਤੀ, ਫਲਾਣੇ ਨੂੰ ਫੜ ਲਓ, ਫਲਾਣੇ ਨੂੰ ਨੁਕਰੇ ਬਿਠਾ ਲਓ, ਫਲਾਣੇ ਦੀ ਪੜਤਾਲ ਸ਼ੁਰੂ ਕਰ ਦਿਓ। ਪਹਿਲਾਂ ED ਵਾਲੇ ਸੁੱਤੇ ਹੁੰਦੇ। ਜਿਹੜਾ ਕੇਸ 2018 ਦਾ ਕੱਢਿਆ, ਉਹ ਹੁਣ ਤੱਕ ਇਹਨਾਂ ਕਿਉਂ ਨਾ ਕੱਢਿਆ ਜੀ? ਹੁਣ ਚੋਣਾਂ ਦੇ ਮੌਕੇ ਆ ਕੇ ਕਿਉਂ ਕੱਢਿਆ? ਅਸੀਂ ਤਾਂ ਬਿਕਰਮ ਸਿੰਘ ਮਜੀਠੀਆ ਵਾਲਾ ਵੀ ਕਹਿੰਦੇ ਹਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਮੈਂ ਆਉਂਦੇ ਸਾਰ ਕੱਢੂੰਗਾ, ਤਾਂ ਕੇਸ ਤਾਂ 2008 ਦਾ ਸੀ। 2017 'ਚ ਆ ਕੇ ਰਾਜ ਸਰਕਾਰ ਸਾਹਮਣੇ ਚਲਾਈ, ਉਦੋਂ ਕਿਉਂ ਨਾ ਕੱਢਿਆ? 2018, 19, 20, 21 ਦੀ ਆਦਤ ਤੱਕ ਕੱਢਿਆ ਨਹੀਂ। ਚਰਨਜੀਤ ਸਿੰਘ ਚੰਨੀ ਸਰਕਾਰ ਆ ਗਈ ਤੇ ਉਹਨੇ ਆ ਕੇ ਕੱਢ ਲਿਆ। ਉਹ ਪੁਰਾਣੇ ਕੇਸ 'ਚ ਹੁਣ ਰਹਿ ਕੀ ਗਿਆ? ਕੁਛ ਵੀ ਨਹੀਂ। ਹੁਣ ਤੋਂ 'ਚ ਮਜੀਠੀਆ ਬਰੀ ਹੋਏਗਾ ਜੀ। ਇਸੇ ਤਰ੍ਹਾਂ ਹੀ ਜਿਹੜਾ ED ਵਾਲਾ ਮਾਮਲਾ, ਇਹਦੇ ਵਿੱਚ ਵੀ ਬਹੁਤੇ ਲੋਕਾਂ ਦੀ ਰਾਏ ਇਹ ਹੈ ਕਿ ਇਹ ਜਾਣ ਬੁੱਝ ਕੇ ਇਹਨੂੰ ਜ਼ਲੀਲ ਕਰਨ ਵਾਸਤੇ ਕੱਢਿਆ ਗਿਆ, ਹੋਰ ਕੋਈ ਕਾਰਨ ਨਹੀਂ ਬਣਦਾ। ਹੁਣ ਜਿਹੜੀ ਗੱਲ ਪਿਛਲੇ ਕੁਝ ਦਿਨਾਂ ਤੋਂ ਮੈਂ ਕਹਿ ਰਿਹਾ ਸੀ, ਉਹ ਸ਼ਮਸ਼ੇਰ ਸਿੰਘ ਦੁੱਲੋ ਨੇ ਵੀ ਅੱਜ ਕਹਿਤੀ, ਕਹਿੰਦਾ ਜੀ ਉਹਨੂੰ ਦਲਿਤ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਜੀ। ਸ਼ਮਸ਼ੇਰ ਸਿੰਘ ਦੁੱਲੋ 5 ਦਿਨ ਕਿਉਂ ਨਹੀਂ ਬੋਲਿਆ? ਹੁਣ ਇਸ ਕਰਕੇ ਬੋਲਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਚੰਨੀ ਦੇ ਪੱਖ 'ਚ ਜਾਂਦੀਆਂ। ਇੱਕ ਗੱਲ ਤੇ ਇਸ ਪੱਖ ਤੋਂ ਆ ਕਿ ਉਹ ਦਲਿਤ ਜਾਤੀ 'ਚੋਂ, ਔਰ ਪੰਜਾਬ ਦੇ ਦਲਿਤਾਂ ਵਿੱਚ ਇਹ ਗੱਲ ਚਲੀ ਗਈ ਹੈ ਕਿ ਜਦੋਂ ਵੀ ਕੋਈ ਦਲਿਤ ਨੇਤਾ ਉੱਭਰਦਾ, ਉਹਨੂੰ ਬਲੈਕਮੇਲ ਕਰਨ ਲਈ, ਉਹਨੂੰ ਨੁਕਰੇ ਬਿਠਾਉਣ ਲਈ, ਉਹਦਾ ਸ਼ਿਕੰਜਾ ਕੱਸਣ ਲਈ ਸਾਰੀ ਸਰਕਾਰ ਲੱਗ ਜਾਂਦੀ ਹੈ। ਅੱਗੇ ਬੀਬੀ ਮਾਇਆਵਤੀ ਦੇ ਉੱਤੇ ਛਾਪੇ ਮਾਰੇਗੀ। ਹੁਣ ਦਲਿਤਾਂ 'ਚ ਇਹ ਗੱਲ ਚੱਲਦੀ ਪਈ ਹੈ ਕਿ ਚਰਨਜੀਤ ਸਿੰਘ ਚੰਨੀ ਪਹਿਲੀ ਵਾਰੀ ਪੰਜਾਬ 'ਚ ਕੋਈ ਦਲਿਤ ਮੁੱਖ ਮੰਤਰੀ ਬਣਿਆ, ਉਹਨੂੰ ਨੁਕਰੇ ਲਾਇਆ ਜਾ ਰਿਹਾ। ਮੈਨੂੰ ਇੱਕ ਦਲਿਤ ਲੀਡਰ ਨੇ, ਜਿਹੜਾ ਕਾਂਗਰਸੀ ਨੀਗਾ, ਉਹ ਕਿਸੇ ਵਕਤ ਜਨਤਾ ਦਲ ਨਾਲ ਹੁੰਦਾ ਸੀ, ਫਿਰ ਭਾਜਪਾ ਨਾਲ ਵੀ ਰਿਹਾ, ਅੱਜ ਕੱਲ੍ਹ ਉਹ BSP ਨਾਲ ਹੈ। ਕਾਂਗਰਸ ਦੇ ਤੌਰ ਤੇ ਉਹ ਚੰਨੀ ਦੇ ਖਿਲਾਫ ਹੈ, ਪਰ ਉਹਨੇ ਮੈਨੂੰ ਇੱਕ ਗੱਲ ਆਖੀ, ਕਹਿੰਦਾ ਚੰਨੀ ਦੇ ਕੋਲੋਂ, ਉਹਦੇ ਰਿਸ਼ਤੇਦਾਰਾਂ ਕੋਲੋਂ ਕਿੰਨੇ ਪੈਸੇ ਫੜੇ ਗਿਆ? ਮੈਂ ਕਿਹਾ 10.5 ਕਰੋੜ। ਕਹਿੰਦਾ 15 ਦਿਨ ਪਹਿਲਾਂ UP 'ਚ ਛਾਪੇ ਵਜੇ, ਤੁਹਾਨੂੰ ਪਤਾ 400 ਕਰੋੜ ਫੜਿਆ ਗਿਆ। 400 ਕਰੋੜ ਵੱਡਾ ਹੁੰਦਾ ਕਿ 10 ਕਰੋੜ ਵੱਡੇ ਹੁੰਦੇ? ਮੈਂ ਕਿਹਾ 400 ਕਰੋੜ ਵੱਡਾ ਹੁੰਦਾ। ਕਹਿੰਦਾ ਉਹਦੀ ਤਾਂ ਕੋਈ ਗੱਲ ਨਹੀਂ ਕਰਦਾ ਪਿਆ, ਇਸ ਕਰਕੇ ਕਿ ਉਹ ਜਿਹੜੇ ਬੰਦੇ ਕੋਲੋਂ ਫੜੇ ਗਏ ਉਹ ਅਪਰ ਕਲਾਸ ਵਿੱਚੋਂ ਸੀ ਜੀ, ਇਹ ਦਲਿਤ ਵਿੱਚੋਂ ਸੀ, ਇਸ ਕਰਕੇ ਇਹਦਾ ਰੌਲਾ ਪਾ ਰਹੇ। ਮੈਂ ਹੈਰਾਨ ਹਾਂ ਕਿ ਉਹ ਬੰਦਾ ਰਾਜਨੀਤਿਕ ਤੌਰ ਤੇ ਅਕਾਲੀਆਂ ਦੇ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਨਾਲ ਹੈ, ਪਰ ਜਾਤੀ ਦੇ ਸਵਾਲ ਤੇ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਕਹਿੰਦਾ ਜੀ ਇਹਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਹ ਦਲਿਤ ਹੈ, ਹੋਰ ਕੋਈ ਕਾਰਨ ਨਹੀਂ। ਆਹ ਗੱਲ ਪੰਜਾਬ ਦੇ ਦਲਿਤਾਂ 'ਚ ਘਰ ਘਰ ਜਾ ਚੁੱਕੀ ਹੈ। ਚੰਨੀ ਬਾਈ ਹੁੰਦੀ ਪਈ ਹੈ। ਇਸ ਕਰਕੇ ਸ਼ਮਸ਼ੇਰ ਸਿੰਘ ਦੁੱਲੋ, ਜਿਹੜਾ ਅਜੇ ਇੱਕ ਹਫ਼ਤਾ ਪਹਿਲਾਂ ਇਹ ਦੋਸ਼ ਲਾਉਂਦਾ ਸੀ ਕਿ ਕੈਪਟਨ ਦੇ ਜਾਣ ਤੋਂ ਬਾਅਦ ਵੀ ਖੱਡਾਂ 'ਚ ਆਹ ਹੁੰਦਾ ਤੇ ਉਹ ਹੁੰਦਾ, ਤੇ ਹੁਣ ਜਦੋਂ ਖੱਡਾਂ ਦੇ ਕੇਸ ਸਾਹਮਣੇ ਆਏ ਆ, ਉਹ ਸ਼ਮਸ਼ੇਰ ਸਿੰਘ ਦੁੱਲੋ ਚਰਨਜੀਤ ਸਿੰਘ ਚੰਨੀ ਦੇ ਪੱਖ 'ਚ ਕਿਉਂ ਆ ਗਿਆ? ਕਿਉਂਕਿ ਉਹਨੂੰ ਪਤਾ ਲੱਗ ਗਿਆ ਥੱਲੇ ਕੀ ਚਰਚਾ ਚੱਲਦੀ ਹੈ। ਇੱਕ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ, ਕਾਂਗਰਸੀਆਂ ਦੇ ਵਿੱਚ ਪਹਿਲਾਂ ਇਹ ਸੀ ਕਿ ਇਲੈਕਸ਼ਨਾਂ ਕਿੱਦਾਂ ਲੜਨੀਆਂ ਜੀ, ਪੈਸਾ ਕਿੱਥੋਂ ਆਉਣਾ ਜੀ। ਚੰਨੀ ਦੇ 10 ਕਰੋੜ ਫੜੇ ਜਾਣ ਤੋਂ ਬਾਅਦ ਹੁਣ ਕਈਆਂ ਕਾਂਗਰਸੀਆਂ ਦੇ ਵਿੱਚ ਵੀ ਥੋੜ੍ਹਾ ਜਿਹਾ ਹੌਸਲਾ ਜਿਹਾ ਹੋ ਗਿਆ। ਉਹ ਮੁਸਕਣੀਆਂ ਹੱਸਦੇ ਆ, ਕਹਿੰਦੇ ਜੀ ਹੁਣ ਸਾਨੂੰ ਪਤਾ ਚੋਣਾਂ ਦੇ ਵਿੱਚ ਖਰਚੇ ਦੀ ਸਾਨੂੰ ਕਮੀ ਨਹੀਂ ਹੋਣੀ, ਸਾਨੂੰ ਪਤਾ ਪੈਸਾ ਕਿੱਥੇ ਹੈਗਾ ਤੇ ਕਿਹਨੇ ਦੇਣਾ ਜੀ। ਇਹਦਾ ਮਤਲਬ ਕੀ ਨਿਕਲਦਾ? ਇਹ ਐਨਫੋਰਸਮੈਂਟ ਦੇ ਛਾਪਿਆਂ ਦੇ ਵਿੱਚ ਭਾਜਪਾ ਵਾਲੇ ਅਸਲ ਵਿੱਚ ਚੰਨੀ ਨੂੰ ਨੁਕਰੇ ਲਾਉਣਾ ਚਾਹੁੰਦੇ ਸਨ, ਉਹਨੂੰ ਡਸਟਬਿਨ 'ਚ ਸੁੱਟਣਾ ਚਾਹੁੰਦੇ ਸੀ।
ਉਹ ਇਹਦੇ ਨਾਲ ਹੋਰ ਉੱਭਰਿਆ, ਆਪਣੀ ਜਾਤ ਵਿੱਚ ਵੀ, ਆਪਣੀ ਜਮਾਤ ਵਿੱਚ ਵੀ, ਆਪਣੇ ਭਾਈਚਾਰੇ 'ਚ ਵੀ, ਆਪਣੀ ਪਾਰਟੀ 'ਚ ਵੀ ਉੱਭਰ ਰਿਹਾ। ਕੀ ਫਾਇਦਾ ਸੀ ਇਹੋ ਜਿਹੀ ਖੇਡ ਖੇਡਣ ਦਾ? ਕਵੇਲੇ ਖੇਡੀ ਆ, ਉਹ ਜਿਹੜੀ ਕਵੇਲੇ ਦੀ ਖੇਡੀ ਨਮਾਜ਼ ਆ, ਉਹ ਇਹਨਾਂ ਨੂੰ, ਉਹ ਜਿਹੜੀ ਕਵੇਲੇ ਪੜ੍ਹੀ ਨਮਾਜ਼ ਆ, ਉਹ ਇਹਨਾਂ ਨੂੰ ਮਹਿੰਗੀ ਪੈ ਰਹੀ ਆ। ਇਹੋ ਕੰਮ ਜੇ ਭਾਜਪਾ ਵਾਲਿਆਂ ਨੇ ਕਰਨਾ ਸੀ 6 ਮਹੀਨੇ ਪਹਿਲਾਂ ਕਰ ਦਿੰਦੇ, ਉਦੋਂ ਦਾ ਕੋਈ ਵੀ ਕੇਸ ਕੀਤਾ ਹੁੰਦਾ ਤਾਂ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਜੀ। ਇਸ ਵੇਲੇ ਤੇ ਉਹ ਸਗੋਂ ਆਪਣਾ ਨੁਕਸਾਨ ਕਰ ਰਹੇ ਆ। ਇਹ ਸਾਰੀ ਖੇਡ ਉਹਨਾਂ ਨੂੰ ਉਲਟੀ ਪਊਗੀ। ਪੰਜ ਸਾਹਿਬ, ਅਗਲੀ ਖਬਰ ਵੱਧਦੇ ਹਾਂ। ਸੰਯੁਕਤ ਕਿਸਾਨ ਮੋਰਚਾ ਹੁਣ ਅਲੱਗ ਜਿਹਾ ਹੁੰਦਾ ਦਿਖਾਈ ਦੇ ਰਿਹਾ, ਵਿੱਚ ਮਤਭੇਦ ਬਹੁਤ ਆ ਗਿਆ। ਜੋ ਗੱਲਾਂ ਦਿੱਲੀ ਤੋਂ ਲੈ ਕੇ ਨਿਕਲੇ ਸੀ, ਜਿਸ ਤਰ੍ਹਾਂ ਦਾ ਇਕੱਠ ਸੀ, ਭਾਈਚਾਰਾ ਇੱਕ ਸੀ, ਉਹ ਹੁਣ ਗੱਲ ਦਿਖਾਈ ਨਹੀਂ ਦੇ ਰਹੀ। ਤੁਹਾਨੂੰ ਕੀ ਲੱਗਦਾ, ਗੱਲ ਸਹੀ ਹੈ? ਦੇਖੋ, ਜਦੋਂ ਇਹ ਦਿੱਲੀ ਤੋਂ ਜਿੱਤ ਕੇ ਨਿਕਲੇ, ਪੰਜਾਬ ਵਿੱਚ ਆ ਕੇ ਇਹਨਾਂ ਨੂੰ ਆਪਣਾ ਉਹ ਏਕਾ ਕਾਇਮ ਰੱਖਣਾ ਚਾਹੀਦਾ ਜਿਹੜਾ ਦਿੱਲੀ ਦੇ ਬਾਰਡਰਾਂ 'ਤੇ ਸੀ। ਇਹ ਜੇ ਚੋਣਾਂ ਲੜਦੀਆਂ ਸੀ, ਸਾਰੇ ਇਕੱਠੇ ਲੜਦੇ, ਨਹੀਂ ਸੀ ਏਕਾ ਹੁੰਦਾ ਤੇ ਨਾ ਲੜਦੇ ਜੀ। ਹੁਣ ਪੋਜੀਸ਼ਨ ਵੱਖਰੀ ਹੈ। 22 ਜਥੇਬੰਦੀਆਂ ਲੜਨ ਲੱਗੀਆਂ, 9 ਨੇ ਆਖਿਆ ਅਸੀਂ ਨਹੀਂ ਲੜਦੇ, ਉਹਨਾਂ 'ਚੋਂ 3 ਨੇ ਆਖਿਆ ਜੀ ਲੜਨੀ ਵੀ ਨਹੀਂ, ਅਸੀਂ ਲੜਨ ਵੀ ਨਹੀਂ ਦੇਣੀ। ਜਿੱਥੇ ਇਹਨਾਂ ਦੇ ਬੰਦੇ ਖਲੋਤੇ ਹੋਣਗੇ ਉਹਨਾਂ ਵਿਰੋਧ ਕਰਨ ਵਾਸਤੇ ਵੀ ਜਾਣਾ। ਇਹਦੇ ਨਾਲ ਲੋਕਾਂ 'ਚ ਕੀ ਪ੍ਰਭਾਵ ਗਿਆ ਕਿ ਕਿਸਾਨ ਮੋਰਚਾ ਚੋਣਾਂ ਦੇ ਮੁੱਦੇ ਨੂੰ ਲੈ ਕੇ ਪਾਟ ਗਿਆ। ਉਹ ਕਿਸਾਨ ਮੋਰਚਾ ਜਿਹੜਾ ਸਰਕਾਰ ਦੀਆਂ 1000 ਸਾਜ਼ਿਸ਼ਾਂ ਦੇ ਬਾਵਜੂਦ ਡਟਿਆ ਰਿਹਾ ਸੀ, ਉਹ ਕਿਸਾਨ ਮੋਰਚਾ ਚੋਣਾਂ ਦੇ ਮੁੱਦੇ ਤੇ ਆ ਕੇ ਪਾਟ ਗਿਆ। ਇੱਕ ਪਾਸੇ ਉਹ ਗਰੁੱਪ ਆ, ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਇਹਨਾਂ ਦੇ ਨਾਲ ਗੁਰਨਾਮ ਸਿੰਘ ਚੜੂੰਨੀ ਵੀ ਹਰਿਆਣੇ ਨਾਲ ਰਲ ਗਿਆ। ਹਰਿਆਣੇ 'ਚ ਨਹੀਂ ਪੈਰ ਲੱਗੇ ਤੇ ਇੱਥੇ ਆ ਕੇ ਉਹ ਸੋਚਦਾ ਹਰਿਆਣਾ ਨਾ ਸਹੀ ਲੁਧਿਆਣਾ ਸਹੀ, ਕਿਤੇ ਨਾ ਕਿਤੇ ਤੇ ਗੱਲ ਬਣੀ ਜਾਊਗੀ ਜੀ। ਉਹ ਲਾਟਰੀ ਕੱਢਣਾ ਆ ਗਿਆ। ਇਹ ਸਾਰੇ ਇਕੱਠੇ ਹੋ ਗਏ। ਜਿਹੜੇ ਬਾਕੀ ਦੇ ਆ ਉਹਨਾਂ ਨੇ ਉਸੇ ਵੇਲੇ ਟੰਬੇ ਚੁੱਕ ਲਿਆ ਕਿ ਅਸੀਂ ਇਹਨਾਂ ਨੂੰ ਚੋਣ ਲੜਨ ਨਹੀਂ ਦੇਣੀ। ਇਹਦੇ ਨਾਲ ਅੰਦਰੇ ਅੰਦਰ ਪਾਟਕ ਤੇ ਉਦੋਂ ਹੀ ਪੈ ਗਿਆ ਸੀ। ਹੁਣ ਜਿਹੜੇ ਚੋਣ ਲੜਦੇ ਪਏ ਆ, ਉਹਨਾਂ ਵਿੱਚ ਟਿਕਟਾਂ ਦੀ ਵੰਡ ਦੇ ਸਵਾਲ ਦੇ ਉੱਤੇ ਕੁਝ ਧੜੇ ਇਹ ਗੱਲਾਂ ਕਹਿੰਦੇ ਆ ਕਿ ਫਲਾਣੇ ਨੂੰ ਟਿਕਟ ਕਿਉਂ ਦਿੱਤੀ ਤੇ ਫਲਾਣੇ ਨੂੰ ਕਿਉਂ ਨਹੀਂ ਦਿੱਤੀ। ਮੈਂ ਸਮਝਦਾ ਕਿ ਜੇ ਇਹੋ ਕੁਝ ਕਰਨਾ ਸੀ ਤੇ ਜਿਨ੍ਹਾਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਕਿਹਾ ਸੀ ਰਾਜੇਵਾਲ ਸਾਹਿਬ ਤੁਸੀਂ ਚੋਣ ਲੜੋ, ਉਹ ਨਾ ਹੀ ਕਹਿੰਦੇ। ਰਾਜੇਵਾਲ ਜਿੰਨਾ ਚਿਰ ਤੱਕ ਕਿਸਾਨ ਮੋਰਚਾ ਚੱਲਦਾ ਰਿਹਾ, ਇਹ ਸਰਬਪ੍ਰਵਾਨਤ ਲੀਡਰ ਸੀ। ਕੇਂਦਰ ਸਰਕਾਰ ਦੇ 3 ਮੰਤਰੀ ਆਉਂਦੇ ਸੀ, ਉਹਦੇ ਸਾਹਮਣੇ 42 ਜਥੇਬੰਦੀਆਂ ਦੇ 42 ਕਿਸਾਨ ਆਗੂ ਬੈਠਦੇ ਸੀ, ਪਰ ਮੰਤਰੀਆਂ ਦੇ ਐਨ ਸਾਹਮਣੇ ਸੈਂਟਰਲ ਕੁਰਸੀ ਤੇ ਕੌਣ ਬੈਠਦਾ ਸੀ? ਬਲਬੀਰ ਸਿੰਘ ਰਾਜੇਵਾਲ, ਰਕੇਸ਼ ਟਕੈਤ, ਇਹ ਬੈਠਦੇ ਸੀ। ਜਿਹੜਾ ਇਹ 2 ਜਣੇ, ਇਹ ਤੀਸਰਾ ਡਾਕਟਰ ਦਰਸ਼ਨਪਾਲ, ਇਹ ਆਮ ਤੌਰ ਤੇ ਸੈਂਟਰ 'ਚ ਹੁੰਦੇ ਸੀ ਜੀ। ਜਿਹੜਾ ਬੰਦਾ ਉਸ ਵਕਤ ਤੱਕ ਕਿਸਾਨਾਂ ਦੀ ਲਹਿਰ ਦੀ ਸੈਂਟਰ ਸਟੇਜ ਦੇ ਉੱਤੇ ਸੈਂਟਰਲ ਕੁਰਸੀ ਤੇ ਹੁੰਦਾ ਸੀ, ਅੱਜ ਉਹਦੇ ਨਾਂ ਤੇ ਵਾਦ ਵਿਵਾਦ ਖੜਾ ਕੀਤਾ ਜਾ ਰਿਹਾ, ਉਹਦੀ ਪੋਜੀਸ਼ਨ ਖਰਾਬ ਕਰਨ ਲੱਗੇ ਨੇ। ਇਹ ਨਹੀਂ ਸੀ ਹੋਣਾ ਚਾਹੀਦਾ। ਇਹਦੇ ਨਾਲ ਤਾਂ ਬਿਹਤਰ ਇਹ ਸੀ ਕਿ ਸਾਰੇ ਪਹਿਲਾਂ ਏਕਾ ਕਰ ਲੈਣੇ, ਕਹਿੰਦੇ ਜੀ ਨਹੀਂ ਅਸੀਂ ਚੋਣਾਂ ਲੜਨੀਆਂ। ਪਰ ਜੇ ਲੜਦੇ ਪਏ ਆ, ਜਿਨ੍ਹਾਂ ਨਹੀਂ ਲੜਦੀਆਂ ਉਹ ਨਾ ਲੜਨ, ਲੜਨ ਵਾਲਿਆਂ ਨੂੰ ਲੜ ਕੇ ਵੇਖ ਲੈਣ ਦੇਣ। ਪਰ ਪਿਛਲੇ 3-4 ਦਿਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਖਬਰਾਂ ਚੰਗੀਆਂ ਨਹੀਂ। ਇਹੋ ਜਿਹੀਆਂ ਖਬਰਾਂ ਸੰਘਰਸ਼ ਦੇ ਵਿੱਚੋਂ ਉੱਭਰੇ ਲੀਡਰਾਂ ਦਾ ਇਮੇਜ ਖਰਾਬ ਕਰਨ ਵਾਲੀਆਂ ਨੇ। ਅੱਗੋਂ ਕਿਸਾਨ ਮੋਰਚੇ ਵਾਲੇ ਜਾਣ ਕੇ ਉਹਨਾਂ ਦਾ ਕੀ ਹੁੰਦਾ ਜੀ। ਅਦਾਲਤ ਨੇ ਪੰਨੂ ਸਾਹਿਬ ਇੱਕ ਫੈਸਲਾ ਦਿੱਤਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਧੀ ਦਾ ਹੱਕ ਵੀ ਜਾਇਦਾਦ ਤੇ ਉਨਾ ਹੀ ਹੈ। ਇਸ ਫੈਸਲੇ ਨੂੰ ਕਿਵੇਂ ਦੇਖਦੇ ਆ? ਬਿਲਕੁਲ ਬਣਦਾ ਜੀ। ਪੁੱਤ ਹੋਵੇ ਜਾਂ ਧੀ, ਮਾਂ-ਬਾਪ ਵਾਸਤੇ ਦੋਵੇਂ ਬੱਚੇ ਇੱਕੋ ਜਿਹੇ ਪਿਆਰੇ ਹੋਣੇ ਚਾਹੀਦੇ ਆ। ਹੁੰਦੇ ਨਹੀਂ। ਸਾਡੇ ਸਮਾਜ ਵਿੱਚ, ਭਾਰਤੀ ਸਮਾਜ ਦੇ ਵਿੱਚ, ਹਿੰਦੂ ਪਰਿਵਾਰ ਹੋਵੇ, ਸਿੱਖ ਪਰਿਵਾਰ ਹੋਵੇ, ਮੁਸਲਿਮ ਪਰਿਵਾਰ ਹੋਵੇ, ਬਾਕੀ ਦੁਨੀਆ 'ਚ ਈਸਾਈਆਂ 'ਚ ਨਹੀਂ, ਪਰ ਇੱਥੋਂ ਦੇ ਈਸਾਈ ਪਰਿਵਾਰ ਵਿੱਚ ਵੀ ਹੈ। ਧੀ ਨੂੰ ਪਿੱਛੇ ਰੱਖਿਆ ਜਾਂਦਾ, ਪੁੱਤ ਨੂੰ ਵਡਿਆਇਆ ਜਾਂਦਾ, ਉਹਨੂੰ ਅੱਗੇ ਕੀਤਾ ਜਾਂਦਾ। ਜਾਇਦਾਦ ਦੇ ਸਵਾਲ ਤੇ ਅਜੇ ਤੱਕ ਪੁੱਤ ਜੰਮ ਪਏ, ਕਹਿੰਦੇ ਜੀ ਜਾਇਦਾਦ ਦਾ ਵਾਰਸ ਜੰਮ ਪਿਆ। ਇੱਥੇ ਤੇ ਵੱਡੇ ਵੱਡੇ ਰਾਜ ਘਰਾਣਿਆਂ 'ਚ ਪੁੱਤ ਜੰਮ ਪਏ ਤੇ ਕਹਿੰਦੇ ਜੀ ਰਾਜ ਦਾ ਵਾਰਸ ਜੰਮ ਪਿਆ। ਜੀ। ਧੀ ਨੂੰ ਕਿਉਂ ਨਹੀਂ ਬਣ ਰਹੇ? ਧੀਆਂ ਤੇ ਰਜੀਆ ਸੁਲਤਾਨਾਂ ਦੇ ਵੇਲੇ ਤੋਂ ਵੀ ਰਾਜ ਕਰਦੀਆਂ ਆਈਆਂ ਨੇ। ਕਿਹੜੇ ਵੇਲੇ ਤੋਂ ਆਉਂਦੀਆਂ ਨੇ? ਪੁਰਾਤਨ ਇਤਿਹਾਸ ਜੋ ਮਰਜ਼ੀ ਪੜ੍ਹ ਲਓ, ਇੰਨੇ ਦੇਵੀ ਦੇਵਤੇ ਹੋਏ ਨੇ। ਸ਼ੇਰ ਦੀ ਸਵਾਰੀ ਤੇ ਦੇਵੀਆਂ ਨੇ ਕੀਤੀ ਹੈ, ਕਿਸੇ ਸ਼ੇਰ ਦੇ ਉੱਤੇ ਦੇਵਤਾ ਤੇ ਮੈਂ ਅਜੇ ਤੱਕ ਕਦੇ ਬੈਠਾ ਨਹੀਂ ਵੇਖਿਆ। ਜੀ। ਬੜੀ ਬਹਾਦਰੀ ਨਾਲ ਉਹਨਾਂ ਸਮਾਜ ਸੰਭਾਲਿਆ। ਅੱਜ ਹੁਣ ਕਹਿੰਦੇ ਧੀ ਨੂੰ ਪਿਓ ਦੀ ਜਾਇਦਾਦ 'ਚੋਂ ਹਿੱਸਾ ਨਹੀਂ ਚਾਹੀਦਾ। ਸੁਪਰੀਮ ਕੋਰਟ ਨੇ ਆਖਿਆ ਬਰਾਬਰ ਹਿੱਸਾ ਹੋਵੇਗਾ। ਜਿਹੜੇ ਜੱਦੀ ਪੁਸ਼ਤੀ ਦਾਦੇ ਪੜਦਾਦੇ ਤੋਂ ਮਿਲੀ ਜਾਇਦਾਦ, ਉਹਦੇ ਵਿੱਚ ਵੀ ਪਿਓ ਦੀ ਜਾਇਦਾਦ 'ਚੋਂ ਪੁੱਤਰਾਂ ਦੇ ਬਰਾਬਰ ਹਿੱਸਾ ਧੀ ਨੂੰ ਮਿਲੇਗਾ। ਜਿਹੜੀ ਪਿਓ ਨੇ ਆਪ ਕਮਾ ਕੇ ਬਣਾਈ, ਉਹ 'ਚੋਂ ਵੀ ਮਿਲੇਗਾ। ਨਾਲ ਇੱਕ ਗੱਲ ਹੋਰ ਤੈਅ ਕਰਤੀ ਹੈ, ਜੇ ਫਰਜ਼ ਕਰੋ ਔਰਤ ਮਰ ਜਾਂਦੀ ਹੈ, ਉਹਦਾ ਕੋਈ ਧੀ ਪੁੱਤ ਨਹੀਂ, ਉਹਨੂੰ ਜਿਹੜੀ ਪਿਓ ਦੀ ਜਾਇਦਾਦ 'ਚੋਂ ਵਿਰਾਸਤ ਮਿਲੀ ਹੈ
ਉਹ ਆਪਣੇ ਭਰਾਵਾਂ ਵੱਲ ਪੇਕਿਆਂ ਵਾਲੇ ਪਾਸੇ ਸ਼ਿਫਟ ਹੋ ਜਾਏਗੀ। ਜਿਹੜੀ ਉਹਨੂੰ ਸਹੁਰਿਆਂ ਤੋਂ ਆਪਣੇ ਪਤੀ ਦਾ ਕਰਕੇ ਸੱਸ ਸਹੁਰੇ ਦੀ ਜਾਇਦਾਦ ਚੋਂ ਮਿਲੀ ਆ, ਉਹ ਉਧਰ ਸ਼ਿਫਟ ਹੋ ਜਾਏਗੀ। ਨਾ ਤਾਂ ਸਹੁਰਿਆਂ ਚੋਂ, ਕਿਉਂਕਿ ਸਹੁਰਿਆਂ ਨੇ ਪੁੱਤ ਨੂੰ ਦਿੱਤੀ, ਪੁੱਤ ਦੀ ਮੌਤ ਹੋ ਗਈ, ਨੂੰਹ ਨੂੰ ਮਿਲ ਗਈ। ਜੀ। ਕੱਲ੍ਹ ਨੂੰ ਧੀ ਪੁੱਤ ਕੋਈ ਨਹੀਂ, ਉਹ ਨੂੰਹ ਵੀ ਮਰ ਗਈ। ਫਿਰ ਉਹ ਜਿਹੜੀ ਜਾਇਦਾਦ, ਉਹਦਾ ਝਗੜਾ ਨਾ ਪਵੇ। ਅਦਾਲਤ ਨੇ ਫੈਸਲਾ ਕਰਤਾ ਕਿ ਜਿਹੜੀ ਜਾਇਦਾਦ ਸਹੁਰਿਆਂ ਤੋਂ ਆਈ ਸੀ ਉਹ ਸਹੁਰਿਆਂ ਨੂੰ ਵਾਪਸ ਚਲ ਜੂਗੀ। ਜਿਹੜੀ ਮਾਂ-ਬਾਪ ਵਾਲੇ ਪਾਸੋਂ ਆਈ ਸੀ, ਜੇ ਧੀ ਪੁੱਤ ਕੋਈ ਨਹੀਂ ਤਾਂ ਮਾਂ-ਬਾਪ ਨੂੰ ਵਾਪਸ ਚਲ ਜੂ। ਪਰ ਇਹ ਸਪਸ਼ਟ ਕਹਿ ਦਿੱਤਾ ਕਿ ਸਹੁਰਿਆਂ ਦੀ ਜਾਇਦਾਦ ਵਿੱਚੋਂ ਵੀ ਜਿਹੜਾ ਪਤੀ ਵਾਲਾ ਹਿੱਸਾ ਉਹ ਪਤਨੀ ਨੂੰ ਮਿਲੇਗਾ, ਮਾਂ-ਬਾਪ ਦੀ ਜਾਇਦਾਦ ਦੇ ਵਿੱਚੋਂ ਵੀ ਪੁੱਤਾਂ ਦੇ ਬਰਾਬਰ ਹਿੱਸਾ ਧੀ ਨੂੰ ਮਿਲੇਗਾ। ਮੈਂ ਸਮਝਦਾ ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਔਰ ਇਸ ਫੈਸਲੇ 'ਚ ਬਹੁਤ ਕਲੈਰਿਟੀ ਹੈ, ਬਹੁਤ ਸਪਸ਼ਟ ਹੈ ਸਾਰਾ ਫੈਸਲਾ। ਐਡਾ ਵਧੀਆ ਫੈਸਲਾ ਬਹੁਤ ਚਿਰਾਂ ਪਿੱਛੋਂ ਕਦੇ ਆਉਂਦਾ। ਜੀ, ਇਹ ਫੈਸਲਾ ਸਵਾਗਤ ਕਰਨਯੋਗ ਹੈ। ਫੈਸਲਾ ਵਾਕਈ ਪੁੰਸਾ ਸਵਾਗਤ ਕਰਨ ਯੋਗ ਹੈ, ਕਿਉਂਕਿ ਅੱਜ ਦੇ ਸਮਾਜ ਵਿੱਚ ਔਰਤਾਂ ਘੱਟ ਨਹੀਂ ਗਈਆਂ, ਮੋਢੇ ਨਾਲ ਮੋਢਾ ਜੋੜ ਕੇ ਹਰ ਜਗ੍ਹਾ ਤੇ ਖੜਦੀਆਂ। ਖਬਰਾਂ ਤੇ ਚਰਚਾ ਕੀਤੀ ਪੁੰਸਾ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਕੱਲ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਨਾਲ। ਹੁਣ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।